Good morning, students. Today we are going to do the art of advertisement. What is an advertisement? Advertisement is the art of making something known to the people by printing notices in the newspapers, etc. Although it's a very difficult art, it sometimes involves the process of coaxing the readers into accepting what you say or buying what you want to sell. You have to identify yourself with the reader, assess his needs, taste, and temperament, and din your own ideas into his heart and mind. Most important points that we must keep in mind while writing advertisements. First is it must catch the eye of the reader. जो दिखदा है, जो तुसी एडवर्टाइज करना है, वो नज़र आना चाहिए है. नज़र किद्दां आएगा? जे वो इफ़ इट विल कैच somebody's eye. Second thing, it should have something new in it. Novelty. Novelty किस तरह हो सकती है? कोई स्लोगन होवे ਉਹਦੇ 'ਚ, कोई अट्रैक्टिव ऑफर होवे, कोई स्टेटमेंट होवे ਜਿਹੜੀ अट्रैक्ट करे, है ना. दिल चाहे मोर, ਇਹੋ ਜਿਹੀਆਂ ਐਡਵਰਟਾਈਜ਼ਮੈਂਟਸ ਜਿਵੇਂ ਆਉਂਦੀ ਹੈ. ਚਲੋ ਆਪਾਂ ਜਿਵੇਂ ਟੀਵੀ 'ਚ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਵੀ ਕੈਨ ਡਿਸਕਸ ਦੈਮ ਲੇਟਰ. ਫਿਰ ਥਰਡ ਪੁਆਇੰਟ ਇਜ਼ ਇਟ ਸ਼ੁੱਡ ਬੀ ਬਰੀਫ. ਇਹ ਨਹੀਂ ਹੈਗਾ ਅਸੀਂ ਪੂਰਾ ਐਸੇ ਲਿਖ ਦਈਏ ਜਾਂ ਪੂਰਾ ਇੱਕ ਨਾਵਲ ਹੀ ਲਿਖ ਦਈਏ ਇੱਕ ਚੀਜ਼ ਨੂੰ ਐਡਵਰਟਾਈਜ਼ ਕਰਦੇ ਹੋਏ. ਅਤੇ ਉਸ ਦੇ ਵਿੱਚ ਉਸ ਬਰੀਫ ਦੇ ਵਿੱਚ ਹੀ ਉਹਦੀ ਜਿਹੜੀ ਸੋਲ ਹੈ ਜਾਂ ਉਹਦੀ ਆਤਮਾ ਹੈ ਉਹ ਨਜ਼ਰ ਆਏਗੀ. ਫਿਰ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੇ ਫੀਚਰਸ ਨੇ ਹਾਈਲਾਈਟ ਹੋਣੇ ਚਾਹੀਦੇ ਨੇ. ਵਟ ਐਵਰ ਇਜ਼ ਯੋਰ ਪ੍ਰੋਡਕਟ, ਵਟ ਐਵਰ ਇਜ਼ ਗੁੱਡ ਇਨ ਦੈਟ ਪ੍ਰੋਡਕਟ, ਅਤੇ ਉਹ ਤੁਹਾਡੇ ਜਿਹੜੇ ਫੀਚਰਸ ਨੇ ਤੁਸੀਂ ਬੋਲਡ ਲੈਟਰਸ ਦੇ ਵਿੱਚ ਪ੍ਰਿੰਟ ਕਰਨੇ ਨੇ. ਫਿਰ ਇਟ ਸ਼ੁੱਡ ਬੀ ਸੈਲਫ ਕੰਟੇਨਡ. ਜਦੋਂ ਕੋਈ ਐਡਵਰਟਾਈਜ਼ਮੈਂਟ ਦੇਖੇ ਤਾਂ ਉਹਨੂੰ ਪਤਾ ਲੱਗ ਜਾਏ ਕਿ ਐਡਵਰਟਾਈਜ਼ਮੈਂਟ ਕਿਸ ਚੀਜ਼ ਦੀ ਹੈ. ਇਹ ਨਹੀਂ ਕਿ ਉਹਨੂੰ ਸੋਚਣਾ ਪਏ ਕਿ ਜੀ ਇਹ ਕਾਗਜ਼ ਦੀ ਹੈ ਜਾਂ ਕਾਪੀ ਦੀ ਹੈ ਜਾਂ ਪੈਨ ਦੀ ਹੈ. ਨਹੀਂ, ਇਹ ਤਾਂ ਕਿਸੇ ਹੋਰ ਦੀ ਹੈ. ਨੋ, ਨਾਟ ਦੈਟ ਵੇ. ਤੁਹਾਡੇ ਵੈਨ ਯੂ ਹੀਅਰ ਵੈਨ ਯੂ ਸੀ ਦ ਐਡਵਰਟਾਈਜ਼ਮੈਂਟ, ਇਟ ਸ਼ੁੱਡ ਬੀ ਕਲੀਅਰ to the mind that this advertisement is for this product. ਆਪਾਂ ਕੁਝ ਐਡਵਰਟਾਈਜ਼ਮੈਂਟਸ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਮਝੀਏ. ਤੁਸੀਂ ਰੋਜ਼ ਨਿਊਜ਼ਪੇਪਰਸ ਦੇਖਦੇ ਹੋ, ਉਹਦੇ ਵਿੱਚ ਐਡਵਰਟਾਈਜ਼ਮੈਂਟਸ ਆਈਆਂ ਹੁੰਦੀਆਂ ਜਾਂ ਪੈਂਫਲੇਟਸ ਆਉਂਦੇ ਨੇ ਤੁਹਾਡੇ ਅਖਬਾਰਾਂ ਦੇ ਵਿੱਚ. ਇੰਗਲਿਸ਼ ਦੇ ਵਿੱਚ ਜਿੰਨੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਅੱਜ ਕੱਲ੍ਹ, ਬਹੁਤੀ ਵਾਰ ਆਇਲਸ ਸੈਂਟਰ ਦੀਆਂ ਹੁੰਦੀਆਂ ਨੇ ਜਾਂ ਕਿਸੇ ਸੇਲ ਦੀਆਂ ਹੁੰਦੀਆਂ ਨੇ ਜਾਂ ਕਿਸੇ ਪ੍ਰੋਡਕਟ ਦੀਆਂ ਹੁੰਦੀਆਂ ਨੇ ਜਿਹੜੀ ਨਵੀਂ ਲਾਂਚ ਹੋ ਰਹੀ ਹੈ. ਇਹੋ ਜਿਹੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ. ਤੁਸੀਂ ਕੋਈ ਵੀ ਮੈਗਜ਼ੀਨ ਖੋਲੋਗੇ ਦੈਨ ਯੂ ਵਿਲ ਫਾਈਂਡ that there are so many advertisements written ਜਿਹੜੀਆਂ ਕਿ about some product which is a must for our families. ਪਹਿਲਾਂ ਦੇਖੋ ਸਾਡੇ ਜਿਹੜਾ ਸਾਡਾ ਟਾਈਮ ਸੀ when we were young, ਉਦੋਂ ਐਡਵਰਟਾਈਜ਼ਮੈਂਟਸ ਮੋਸਟਲੀ ਆਉਂਦੀਆਂ ਹੁੰਦੀਆਂ ਸੀ ਜਿਹੜੀਆਂ ਜਿਵੇਂ ਸੋਪਸ ਦੀਆਂ ਆ ਗਈਆਂ, ਫਰਿੱਜ, AC ਘੱਟ ਸੀਗੇ ਪਰ AC ਦੀ ਆਉਂਦੀ ਸੀ, ਰੇਡੀਓਜ਼ ਦੀਆਂ ਜ਼ਿਆਦਾ ਆਉਂਦੀਆਂ ਸੀ. ਫਿਰ ਇਹੋ ਜਿਹੀਆਂ ਐਡਵਰਟਾਈਜ਼ਮੈਂਟਸ ਜਿਹੜੀਆਂ ਸਾਨੂੰ ਅੱਜ ਵੀ ਆਉਂਦੀਆਂ ਨੇ. ਬਲੈਂਕਟਸ ਦੀ ਕੋਈ ਸੇਲ ਹੈ ਜਾਂ ਕੁਛ ਹੈ, ਸੂਟਸ ਦੀ ਕੋਈ ਸੇਲ ਹੈ, ਕੋਈ ਹੋਰ ਹੈ. ਅਤੇ ਉਹਨਾਂ ਦਾ ਜਿਹੜਾ ਟਰੈਂਡ ਹੈ, ਐਡਵਰਟਾਈਜ਼ਮੈਂਟ ਦਾ ਟਰੈਂਡ ਅੱਜ ਤੋਂ ਨਹੀਂ ਹੈ. ਇਟ ਹੈਜ਼ ਬੀਨ ਸਿੰਸ ਲੌਂਗ. ਜਿਹੜੀ ਵੀ ਅਸੀਂ ਐਡਵਰਟਾਈਜ਼ਮੈਂਟ ਅੱਜ ਦੇਖ ਰਹੇ ਹਾਂ, ਇਟ ਇਜ਼ ਅ ਮੋਡੀਫਾਈਡ ਫਾਰਮ ਆਫ ਦੈਟ ਐਡਵਰਟਾਈਜ਼ਮੈਂਟ ਵਿਚ ਵਾਜ਼ ਦੇਅਰ when this thing television came, when the magazines were there. TV ਆਉਣ ਤੋਂ ਪਹਿਲਾਂ ਤੋਂ ਰਿਟਨ ਦੇ ਵਿੱਚ ਐਡਵਰਟਾਈਜ਼ਮੈਂਟਸ ਆਉਂਦੀਆਂ ਹੁੰਦੀਆਂ ਸੀ. ਹਾਂ, ਉਹ ਐਡਵਰਟਾਈਜ਼ਮੈਂਟਸ ਥੋੜ੍ਹੀਆਂ ਸੋਬਰ ਸੀ ਕਿਉਂਕਿ ਉਹਦੇ 'ਚ ਰੰਗ ਨਹੀਂ ਹੁੰਦਾ ਸੀ. ਇਟ ਵਾਜ਼ ਬਲੈਕ ਐਂਡ ਵਾਈਟ. ਅਤੇ ਹੁਣ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਅਟਰੈਕਟਿਵ ਹੁੰਦੀ ਹੈ ਬਿਕੋਜ਼ ਇਟ ਹੈਜ਼ ਕਲਰ ਇਨ ਇਟ. ਅਤੇ ਜਿਹੜੀ TV 'ਚ ਹੈ, ਇਟ ਇਜ਼ ਮੋਰ ਜਿੰਗਲੀ, ਇਟ ਹੈਜ਼ ਮੋਰ ਸਾਊਂਡ, ਇਟ ਹੈਜ਼ ਮੋਰ ਵਰਡਸ ਵਿਚ ਰਾਈਮ. ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੋਰ ਜ਼ਿਆਦਾ ਅਟਰੈਕਟ ਕਰਦੀਆਂ ਨੇ.
ਕੁਝ ਐਡਵਰਟਾਈਜ਼ਮੈਂਟਸ ਤੁਸੀਂ ਆਪਣੀ ਕਿਤਾਬ 'ਚ ਜਿਹੜੀਆਂ ਪੜ੍ਹੋਗੇ ਉਹ ਰੈਫਰੀਜਰੇਟਰ ਦੀ ਮੰਨ ਲਓ ਤੁਸੀਂ ਫ੍ਰਿਜ ਦੀ ਲਿਖਣੀ ਹੈ ਤਾਂ ਯੂ ਵਿਲ ਸੇ ਪ੍ਰਾਈਸਿਸ ਆਰ ਗੋਇੰਗ ਅਪ, ਡੋਂਟ ਵੇਟ। ਸਟਾਰ ਬਣਾ ਸਕਦੇ ਹੋ, ਗੋਲ ਜਾਂ ਆਕਟੇਵ ਬਣਾ ਸਕਦੇ ਹੋ। ਅਗਰ ਕੈਲਵੀਨੇਟਰ ਦਾ ਫ੍ਰਿਜ ਹੈ ਤਾਂ ਉਹਦਾ ਸਲੋਗਨ ਹੁੰਦਾ ਇਟਸ ਦਾ ਕੂਲੈਸਟ ਵਨ, ਉਹ ਲਿਖ ਸਕਦੇ ਹੋ। ਅਤੇ ਰੈਫਰੀਜਰੇਟਰਸ ਜੇ ਅੱਛੀ ਡਰਾਇੰਗ ਹੈ ਤਾਂ ਪੈਨਸਿਲ ਦੇ ਨਾਲ ਬੈਕਗਰਾਊਂਡ 'ਚ ਇੱਕ ਫ੍ਰਿਜ ਬਣਾ ਸਕਦੇ ਹੋ ਇਫ ਯੂ ਵਾਂਟ। ਅਗਰ ਤੁਸੀਂ ਐਡਵਰਟੀਜ਼ਮੈਂਟ ਲਿਖ ਰਹੇ ਹੋ ਸ਼ੂਜ਼ ਦੀ ਮੰਨ ਲਓ ਤੁਹਾਡੇ ਸ਼ੂਜ਼ ਦਾ ਨਾਂ ਹੈ ਨਾਈਕੇ, ਐਡੀਦਾਸ, ਇਹਨਾਂ ਨੂੰ ਐਡਵਰਟਾਈਜ਼ ਕਰਨ ਦੀ ਲੋੜ ਨਹੀਂ ਹੈ। ਪਰ ਜਿਹੜਾ ਵੀ ਨਾਂ ਤੁਸੀਂ ਰੱਖਣਾ ਚਾਹੁੰਦੇ ਹੋ, ਸੇਵ ਯੋਰ ਮਨੀ ਬਾਈ ਵੇਅਰਿੰਗ ਵਾਟਰਪ੍ਰੂਫ ਸ਼ੂਜ਼, ਜਿਹੜਾ ਵੀ ਨਾਂ ਰੱਖਿਆ ਹੈ, ਸਪੋਰਟਸ ਸ਼ੂਜ਼ ਸਪੈਸ਼ਲੀ ਮੇਡ ਫॉर ਰੇਨਸ ਐਂਡ ਵਿੰਟਰਸ। ਅਤੇ ਐਡਰੈਸ ਡਿਸਟਰੀਬਿਊਟਰ ਕੌਣ, ਉਹਦਾ ਐਡਰੈਸ, ਉਹ ਤੁਹਾਡਾ ਦੁਕਾਨ ਦਾ ਨਾਮ ਅਤੇ ਦੁਕਾਨ ਦਾ ਐਡਰੈਸ ਉਹਦੇ ਵਿੱਚ ਹੋਏਗਾ। ਦ ਸ਼ੋਪ ਕੈਨ ਬੀ ਐਨੀਵੇਅਰ ਇਨ ਇੰਡੀਆ, ਇਹ ਤੁਹਾਡੀ ਮਰਜ਼ੀ ਹੈ। ਇਹ ਨਹੀਂ ਜ਼ਰੂਰੀ ਕਿ ਤੁਸੀਂ ਲੁਧਿਆਣਾ, ਖੰਨਾ, ਪਟਿਆਲਾ ਇਹੀ ਲਿਖਣਾ ਹੈ। ਇਟ ਕੈਨ ਬੀ ਐਨੀਵੇਅਰ ਇਨ ਇੰਡੀਆ, ਇਟਸ ਯੋਰ ਵਿਸ਼। ਇਹ ਤੁਹਾਡੀ ਕ੍ਰੀਏਟੀਵਿਟੀ ਹੈ। ਇਟ ਇਜ਼ ਹਾਊ ਯੂ ਕੈਨ ਕ੍ਰੀਏਟ ਐਨ ਐਡਵਰਟੀਜ਼ਮੈਂਟ ਫॉर ਨਥਿੰਗ। ਮੰਨ ਲਓ ਤੁਸੀਂ ਆਈ ਵਾਂਟ ਟੂ ਸੈਲ ਦੀਜ਼ ਸਪੈਕਟੀਕਲਸ, ਤਾਂ ਸਪੈਕਟੀਕਲਸ ਕੀ ਲਿਖੋਗੇ? spectacles for sale, specs for sale, golden lined, then frameless spectacles, then you can say available at cheap rates at ਹੁਣ ਆਪਣੀ ਸ਼ਾਪ ਦਾ ਨਾਂ ਕੀ ਹੋਏਗਾ? ਡੈਸ਼ ਆਪਟੀਕਲਸ, ਕੋਈ ਵੀ ਦੁਕਾਨ ਜਿੱਥੇ ਆਪਟੀਕਲਸ ਵੀ ਆ ਇਹ ਜਿਹਾ ਕੁਝ ਮਿਲਦਾ ਹੈ। frames available in from range ਲਿਖ ਦੋ from 1000 onwards, 1000 ਤੋਂ ਉੱਤੇ ਨੇ, ਠੀਕ ਹੈ। ਫਿਰ ਉਹਦੇ 'ਚ all colors available, then ਕੀ ਹੁੰਦੀਆਂ ਨੇ photocromatic glasses also available। ਇਹ ਸਾਰਾ ਕੁਝ ਸਟਾਰਸ ਦੇ ਵਿੱਚ ਪਾ ਦਿਓ, ਨੀਚੇ ਆਪਣੀ ਸ਼ਾਪ ਦਾ ਨਾਮ ਲਿਖ ਦਿਓ। ਸੋ ਦਿਸ ਇਜ਼ ਦ ਵੇ ਯੂ ਰਾਈਟ ਐਨ ਐਡਵਰਟੀਜ਼ਮੈਂਟ। ਫਿਰ ਮੰਨ ਲਓ ਅਸੀਂ ਚਾਹ ਪੱਤੀ ਵੇਚਣੀ ਹੈ, ਐਡਵਰਟੀਜ਼ਮੈਂਟ ਫॉर ਟੀ। ਹੁਣ ਕਿਹੜੀ ਟੀ? ਆਪਣੀ ਟੀ ਬਣਾਓਗੇ ਨਾ ਆਪਣੇ ਨਾਂ ਦੀ, ਸੋ ਜਿਹਦਾ ਜਿਹੜਾ ਨਾਂ ਹੈ ਉਹ ਵਾਲੀ ਟੀ ਦਾ ਨਾਂ ਰੱਖ ਲਓ ਕਿ ਮੇਰਾ ਫॉर ਐਨਰਜੀ, ਹੈਲਥ, ਹੈਪੀਨੈਸ, ਇਟ ਇਜ਼ ਗੁੱਡ ਇਨ ਟੇਸਟ ਐਂਡ ਫਲੇਵਰ, ਗੁੱਡ, ਰਿਚ ਐਂਡ ਸਟਰੋਂਗ, only packed tea retains its flavor and freshness, quality tea available, can be used for tea parties, kitty parties you can say, diamond tea, yellow label, take it and remove your fatigue। ਇਹੋ ਜਿਹਾ ਕੁਝ ਨਹੀਂ ਲਿਖਣਾ, ਥੋੜ੍ਹੀ ਤਾਰੀਫ ਕਰਨੀ ਹੈ, ਇਹ ਨਹੀਂ ਸਾਰੀ ਉਹ ਕਰ ਦਿਓ। ਇੱਕੋ ਹੀ ਐਡ ਦੇ ਵਿੱਚ ਸਾਰਾ ਜ਼ੋਰ ਨਹੀਂ ਲਾ ਦੇਣਾ ਕਿ ਮੇਰੀ ਬਈ ਸਾਰੀ ਇਹਦੇ ਵਿੱਚ ਹੀ ਆ ਜਾਏਗੀ। ਓਕੇ, ਨਾਓ ਨੈਕਸਟ ਮੰਨ ਲਓ ਅਸੀਂ ਜੂਸ ਵੇਚਣਾ ਹੈ ਜਾਂ ਜੂਸ ਦੀ ਐਡਵਰਟੀਜ਼ਮੈਂਟ ਕਰਨੀ ਹੈ। ਹਾਊ ਟੂ ਡੂ ਦੈਟ? ਜੂਸ ਦੇ ਵਿੱਚ ਅਸੀਂ ਕੀ ਕਰਾਂਗੇ? ਫਰੂਟ ਐਂਡ ਵੈਜੀਟੇਬਲ ਜੂਸ ਅਵੇਲੇਬਲ। ਹੁਣ ਕਿਹੜਾ ਹੋ ਸਕਦਾ ਹੈ? ਐਪਲ, ਪਾਈਨਐਪਲ, ਔਰੇਂਜਸ, ਗ੍ਰੇਪਸ, ਪੀਜ਼, ਪੋਮੀਗ੍ਰੇਨੇਟ, ਵਾਟਰਮੈਲਨ। ਸਪੈਲਿੰਗ ਮਿਸਟੇਕਸ ਬੇਟਾ ਬਿਲਕੁਲ ਨਹੀਂ। ਕੋਈ ਵੀ ਜਿਹੜਾ ਤੁਹਾਨੂੰ ਵਰਡ ਨਹੀਂ ਲੱਗਦਾ ਕਿ ਤੁਹਾਨੂੰ ਸਪੈਲਿੰਗ ਗਲਤ ਹੈ, ਉਹਦਾ ਤੁਹਾਡੇ ਦਿਮਾਗ 'ਚ ਨਹੀਂ ਆ ਰਿਹਾ, ਡੋਂਟ ਰਾਈਟ ਦੈਟ, ਉਹ ਨਹੀਂ ਲਿਖਣਾ। ਜਿਹੜੇ ਸੌਖੇ ਨੇ ਜਾਂ ਜਿਹੜੇ ਆਉਂਦੇ ਨੇ ਸਪੈਲਿੰਗਸ ਉਹੀ ਲਿਖਣੇ ਨੇ। ਫਿਰ ਉਸ ਤੋਂ ਬਾਅਦ ਬਾਏ ਓਨਲੀ, ਜਿਹੜਾ ਵੀ ਨਾਂ ਤੁਸੀਂ ਜੂਸ ਦਾ ਰੱਖਿਆ ਹੈ ਉਹ ਵਾਲਾ ਜੂਸ। ਫਿਰ ਉਸ ਤੋਂ ਅਵੇਲੇਬਲ ਐਟ ਆਲ ਲੀਡਿੰਗ ਸਟੋਰਸ। ਮੈਨੂਫੈਕਚਰਰਸ ਤੁਸੀਂ ਆਪਣਾ ਨਾਂ ਅਤੇ ਨੀਚੇ ਆਪਣਾ ਐਡਰੈਸ ਦਓਗੇ, ਠੀਕ ਹੈ। ਫਿਰ ਉਸ ਤੋਂ ਬਾਅਦ ਮੰਨ ਲਓ ਇੱਕ ਅਗਲੀ ਐਡਵਰਟੀਜ਼ਮੈਂਟ ਹੈ ਵੈਕਿਊਮ ਕਲੀਨਰ ਦੀ ਹੈ। ਅੱਜ ਕੱਲ੍ਹ ਹਰ ਘਰ ਦੇ ਵਿੱਚ ਵੈਕਿਊਮ ਕਲੀਨਰ ਹੁੰਦਾ ਹੈ, ਚਾਹੇ ਉਹ ਦਿਖਾਉਣ ਨੂੰ ਹੀ ਰੱਖਿਆ ਹੋਵੇ, ਅਗਲਾ ਵਰਤਦਾ ਹੋਵੇ ਚਾਹੇ ਨਾ ਹੋਵੇ। ਚਲ ਕਾਰ ਦੇ ਵਿੱਚ ਤਾਂ ਆਪਾਂ ਯੂਜ਼ ਕਰਦੇ ਹਾਂ, ਕਾਰ ਕਲੀਨਿੰਗ ਲਈ ਯੂਜ਼ ਕਰਦੇ ਹਾਂ। ਵੈਕਿਊਮ ਕਲੀਨਰ ਫॉर ਹੋਮਸ, ਆਫਿਸਿਸ, ਕਾਰਸ, ਵਹੀਕਲਸ ਨਾਲ ਲਿਖਿਓ। ਅੱਜ ਕੱਲ੍ਹ ਵਹੀਕਲਸ ਲੋਕ ਜ਼ਿਆਦਾ ਸਾਫ਼ ਰੱਖਦੇ ਨੇ ਘਰਾਂ ਨਾਲੋਂ। ਅਤੇ ਤੁਸੀਂ ਹੈਗੇ ਹੋ ਉਹਦੇ ਡਿਸਟਰੀਬਿਊਟਰ। ਯੂ ਰਾਈਟ ਯੋਰ ਐਡਰੈਸ, ਅਵੇਲੇਬਲ ਐਟ ਵੈਰੀ ਸਟਰੋਂਗ ਮੋਟਰ ਲਿਖ ਦਿਓ, ਗੁੱਡ ਵੈਕਿਊਮ ਪਾਵਰ ਲਿਖ ਦਿਓ। ਫਿਰ ਉਸ ਤੋਂ ਬਾਅਦ ਉਹਦੀ ਇੱਕ ਫੋਟੋ ਜੀ ਬਣਾ ਦਿਓ ਬੈਕਗਰਾਊਂਡ 'ਚ ਪੈਨਸਿਲ ਦੇ ਨਾਲ, ਐਂਡ ਦੈਟ ਐਡਵਰਟੀਜ਼ਮੈਂਟ ਇਜ਼ ਗੁੱਡ ਟੂ ਗੋ, ਠੀਕ ਹੈ। ਹੁਣ ਸਾੜੀ ਸਟੋਰ ਹੈ ਕੋਈ, ਉੱਥੇ ਤੁਸੀਂ ਵੇਚਣਾ ਹੈ ਡਿਸਕਾਊਂਟ 'ਤੇ ਸ਼ਾਲ, ਪਸ਼ਮੀਨਾ ਸ਼ਾਲ, ਪਿਓਰ ਪਸ਼ਮੀਨਾ ਸ਼ਾਲਸ ਅਵੇਲੇਬਲ। ਇੱਕ ਪਾਸੇ ਬਣਾ ਦਿਓ ਸਟਾਰ ਬਣਾ ਕੇ 50% ਡਿਸਕਾਊਂਟ,
एक पासे लिख दो ऑफ़र वैलिड फ्रॉम एनी तरीक, मान लो 13 तरीक तो है या 15 तरीक तो है, फ्रॉम 15 अक्तूबर टू 31 अक्तूबर। ਕਿਹੜਾ ਸਟੋਰ ਹੈ ਤੁਹਾਡੀ ਦੁਕਾਨ ਦਾ ਨਾਂ ਕੀ ਹੈ? ਗੁਲਾਟੀ ਸਾੜੀ ਸੈਂਟਰ ਹੈ, ਕੋਈ ਹੋਰ ਰੂਪ ਸਾੜੀ ਸੈਂਟਰ ਹੈ, ਵਟਐਵਰ। ਉਹ ਐਡਰੈਸ ਲਿਖ ਕੇ ਨੀਚੇ ਚੰਡੀਗੜ੍ਹ ਖੰਨਾ ਜਿਹੜਾ ਵੀ ਤੁਹਾਡਾ ਐਡਰੈਸ ਹੈ ਉਹ ਲਿਖ ਸਕਦੇ ਹੋ। ਪਹਿਲਾਂ ਉਸ ਚੀਜ਼ ਦੀ ਐਡਵਰਟੀਜ਼ਮੈਂਟ ਕਰਨੀ ਹੈ, ਫਿਰ ਉਹ ਸਟੋਰ ਦਾ ਨਾਮ ਲਿਖਣਾ ਹੈ ਜਿੱਥੇ ਉਹ ਅਵੇਲੇਬਲ ਹੈ। ਸੋ ਦਿਸ ਇਜ਼ ਹਾਊ ਯੂ ਰਾਈਟ ਦ ਐਡਵਰਟੀਜ਼ਮੈਂਟ। ਅਤੇ ਆਈ ਐਮ ਗੋਇੰਗ ਟੂ ਸੈਂਡ ਯੂ ਅ ਫਿਊ ਐਡਵਰਟੀਜ਼ਮੈਂਟਸ ਜਿਹੜੀਆਂ ਤੁਸੀਂ ਪੜ੍ਹੋਗੇ, ਅਤੇ ਗੋ ਥਰੂ ਦੈਮ ਇਨ ਦ ਨਿਊਜ਼ ਪੇਪਰਸ ਆਲਸੋ, so that you may know what sort of advertisement you can write। ਔਰ ਇਹ ਸੋਹਣੀ ਹੋਣੀ ਚਾਹੀਦੀ ਹੈ, ਇੱਕ ਪੇਜ ਦੀ ਹੁੰਦੀ ਹੈ। ਆਂਸਰ ਸ਼ੀਟ ਦਾ ਜਿਹੜਾ ਇੱਕ ਪੇਜ ਹੈ ਉਹਦੇ ਵਿੱਚ ਆਪਾਂ ਐਡਵਰਟੀਜ਼ਮੈਂਟ ਲਿਖਦੇ ਹਾਂ। ਯੂ ਕੈਨ ਡਰਾ ਆਲਸੋ ਐਂਡ ਯੂ ਕੈਨ ਰਾਈਟ ਆਲਸੋ। ਥੈਂਕ ਯੂ, ਸੀ ਯੂ ਟਮੋਰੋ।